Hi, welcome to my YouTube channel. Myself, Dr. Keshavan Patyar. Today, we are going to discuss osmotic fragility test. ਇਸ ਟੈਸਟ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਸੋਲਿਊਸ਼ਨ ਕੀ ਆ ਤੇ ਓਸਮੋਸਿਸ ਕੀ ਹੁੰਦੀ ਆ। ਸੋ ਪਹਿਲਾਂ ਅਸੀਂ ਡਿਸਕਸ ਕਰਾਂਗੇ what is solution and what is osmosis. Solution is made up of solute and solvent. Solute is always less in quantity, solvent is always more in amount. Solution ਦੋ ਚੀਜ਼ਾਂ ਦਾ ਬਣਿਆ ਹੁੰਦਾ, solute ਤੇ solvent ਦਾ। solute ਹਮੇਸ਼ਾ ਘੱਟ ਹੁੰਦਾ ਤੇ solvent ਹਮੇਸ਼ਾ ਜ਼ਿਆਦਾ ਹੋਏਗਾ। ਐਗਜ਼ਾਮਪਲ ਲਈ ਜਿਵੇਂ ਮੰਨ ਲਓ ਬੀਕਰ ਦੇ ਵਿੱਚ ਅਸੀਂ ਪਾਣੀ ਲਈਏ ਅਤੇ ਉਹਦੇ ਵਿੱਚ 1 ਚਮਚ ਨਮਕ ਪਾ ਦਈਏ ਤਾਂ ਇੱਕ ਨਮਕ ਦਾ ਚਮਚਾ ਕੀ ਸਲਿਊਟ ਹੋ ਗਿਆ ਜਿਹਦੀ ਕੀ ਕੁਆਂਟਿਟੀ ਘੱਟ ਹੈ ਅਤੇ ਬਾਕੀ ਪਾਣੀ ਜਿਹਦੇ ਵਿੱਚ ਨਮਕ ਘੋਲ ਰਹੇ ਹਾਂ ਦੈਟ ਇਜ਼ ਸੋਲਵੈਂਟ। ਉਸ ਨੂੰ ਆਪਾਂ ਦੋਨਾਂ ਦੇ ਮਿਕਸਚਰ ਨੂੰ ਅਸੀਂ ਕੀ ਕਹਾਂਗੇ, ਸੋਲਿਊਸ਼ਨ ਕਹਾਂਗੇ। ਸੋ ਨੈਕਸਟ ਇਜ਼ osmosis. Osmosis ਕੀ ਆ? ਇਟ ਇਜ਼ ਦਾ ਪ੍ਰੋਸੈਸ ਬਾਈ ਵਿਚ ਮੋਲੀਕਿਊਲ of a solvent tend to pass through a semi-permeable membrane from a less concentrated solution into more concentrated one. ਇਸ ਡੈਫੀਨੇਸ਼ਨ ਦੇ ਵਿੱਚ ਵਰਡ ਯੂਜ਼ ਹੋ ਰਿਹਾ ਸੈਮੀ ਪਰਮੀਏਬਲ। ਸੈਮੀ ਪਰਮੀਏਬਲ ਦਾ ਮਤਲਬ ਹੁੰਦਾ ਅੱਧ ਪਚੱਦਾ ਪਾਰਦਰਸ਼ੀ, ਜਿਹੜੀ ਉਹ ਚੀਜ਼ ਜਿਹੜੀ ਆਪਣੇ 'ਚੋਂ ਕਿਸੇ ਖਾਸ ਚੀਜ਼ ਨੂੰ ਲੰਘਣ ਦੇਵੇ ਉਸਨੂੰ ਆਪਾਂ ਸੈਮੀ ਪਰਮੀਏਬਲ ਕਹਿੰਦੇ ਹਾਂ, ਜਾਂ ਸੈਮੀ ਪਰਮੀਏਬਲ ਮੈਂਬਰੇਨ ਉਹ ਝਿੱਲੀ ਜਿਹਦੇ 'ਚੋਂ ਕੋਈ ਖਾਸ ਚੀਜ਼ ਜਿਹੜੀ ਆਪਣੇ ਸਾਈਜ਼ ਦੇ ਮੁਤਾਬਕ ਨਿਕਲ ਸਕੇ। ਐਗਜ਼ਾਮਪਲ ਲਈਏ ਤਾਂ ਜਿਵੇਂ ਚਾਹ ਪੁਣਨੀ ਆ, ਆਪਾਂ ਚਾਹ ਪੁਣਦੇ ਹਾਂ ਤਾਂ ਚਾਹ ਪੁਣਨੀ ਕੀ ਆ, ਉਹ ਸੈਮੀ ਪਰਮੀਏਬਲ ਜਾਂ ਸੈਮੀ ਪਰਮੀਏਬਲ ਬੈਰੀਅਰ ਦੀ ਤਰ੍ਹਾਂ ਐਕਟ ਕਰਦੀ ਆ। ਉਹਦੇ 'ਚੋਂ ਚਾਹ ਪੱਤੀ ਨਹੀਂ ਨਿਕਲ ਸਕਦੀ, ਬਟ ਜਿਹੜਾ ਚਾਹ ਫਿਲਟਰ ਹੋ ਕੇ ਕੱਪ ਜਾਂ ਗਲਾਸ ਦੇ ਵਿੱਚ ਪੈ ਜਾਂਦੀ ਆ। ਸੋ ਸਿਮਿਲਰਲੀ ਓਸਮੋਸਿਸ ਕੀ ਆ? ਉਹ ਪ੍ਰਕਿਰਿਆ ਜਿਸ ਵਿੱਚ ਸੋਲਵੈਂਟ ਘੱਟ ਕੰਸਨਟ੍ਰੇਸ਼ਨ ਤੋਂ ਵੱਧ ਕੰਸਨਟ੍ਰੇਸ਼ਨ ਵੱਲ ਮੂਵ ਕਰਦਾ ਸੈਮੀ ਪਰਮੀਏਬਲ ਮੈਂਬਰੇਨ ਦੇ ਥਰੂ। ਸੋ ਜਿਵੇਂ ਕਿ ਤੁਸੀਂ ਇਸ ਪਿਕਚਰ ਵਿੱਚ ਦੇਖ ਸਕਦੇ ਹੋ ਕਿ ਬੀਕਰ ਏ ਵਿੱਚ ਖੱਬੇ ਪਾਸੇ ਘੱਟ ਕੰਸਨਟ੍ਰੇਸ਼ਨ ਹੈ ਸਲਿਊਟ ਦੀ ਅਤੇ ਸੱਜੇ ਪਾਸੇ ਬੀਕਰ ਏ ਦੇ ਵਿੱਚ ਵੱਧ ਕੰਸਨਟ੍ਰੇਸ਼ਨ ਹੈ। ਅਤੇ ਇਹਨਾਂ ਦੋਨਾਂ ਘੱਟ ਕੰਸਨਟ੍ਰੇਸ਼ਨ ਵਾਲੇ ਏਰੀਏ ਨੂੰ ਅਤੇ ਵੱਧ ਕੰਸਨਟ੍ਰੇਸ਼ਨ ਵਾਲੇ ਏਰੀਏ ਨੂੰ ਇੱਕ ਡਾਟਰ ਲਾਈਨ ਜਿਹੜੀ ਕਿ ਸੈਮੀ ਪਰਮੀਏਬਲ ਮੈਂਬਰ ਨੂੰ ਰਿਪਰਜੈਂਟ ਕਰ ਰਹੀ ਆ, ਉਹ ਵੱਖ ਕਰ ਰਹੀ ਆ। ਟਾਈਮ ਦੇ ਨਾਲ ਓਸਮੋਸਿਸ ਦੇ ਸਿਧਾਂਤ ਮੁਤਾਬਕ ਸੋਲਵੈਂਟ ਜਿਹੜਾ ਕਿ ਵਾਟਰ ਹੈ ਸੈਮੀ ਪਰਮੀਏਬਲ ਮੈਂਬਰੇਨ ਦੇ ਥਰੂ ਘੱਟ ਕੰਸਨਟ੍ਰੇਸ਼ਨ ਤੋਂ ਖੱਬੇ ਪਾਸਿਓਂ ਸੱਜੇ ਪਾਸੇ ਨੂੰ ਮੂਵ ਕਰਨਾ ਸ਼ੁਰੂ ਕਰ ਦੇਵੇਗਾ। ਅਤੇ ਫਿਗਰ ਬੀ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਖੱਬੇ ਪਾਸੇ ਬੀਕਰ ਦੀ ਸਾਈਡ ਜਿਹੜੀ ਹੈਗੀ ਆ ਉਹਦੇ 'ਚ ਕੀ ਆ, ਸੋਲਵੈਂਟ ਜਿਹੜਾ ਕਿ ਪਾਣੀ ਆ ਉਹਦੀ ਮੂਵਮੈਂਟ ਹੋਣੀ ਸ਼ੁਰੂ ਹੋ ਗਈ ਅਤੇ ਉਹਦਾ ਲੈਵਲ ਕੀ ਆ, ਰਾਈਜ਼ ਕਰ ਗਿਆ। ਸੋ ਇਹ ਸਾਰਾ ਕਿਉਂ ਹੋਇਆ? ਓਸਮੋਸਿਸ ਕਰਕੇ, ਜਿਹੜਾ ਇਸ ਸਿਧਾਂਤ 'ਤੇ ਆਧਾਰਿਤ ਹੈ। ਜਦੋਂ ਵੀ ਕਿਸੇ ਦੋ ਸੋਲਿਊਸ਼ਨਸ, ਇੱਕ ਹਾਈਪਰ ਅਤੇ ਇੱਕ ਹਾਈਪੋ ਸੋਲਿਊਸ਼ਨ, ਜਿਹਦੀ ਕੰਸਨਟ੍ਰੇਸ਼ਨ ਵਾਲੇ ਸੋਲਿਊਸ਼ਨ ਨੂੰ ਅਸੀਂ ਸੈਮੀ ਪਰਮੀਏਬਲ ਮੈਂਬਰੇਨ ਦੇ ਨਾਲ ਵੱਖ ਕਰਦੇ ਹਾਂ ਤਾਂ ਸੋਲਵੈਂਟ ਹਮੇਸ਼ਾ ਘੱਟ ਕੰਸਨਟ੍ਰੇਸ਼ਨ ਤੋਂ ਵੱਧ ਕੰਸਨਟ੍ਰੇਸ਼ਨ ਵੱਲ ਮੂਵ ਕਰਦਾ। ਮਤਲਬ ਜੇ ਇੱਕ ਪਾਸੇ ਅਸੀਂ 1 ਚਮਚਾ ਨਮਕ ਦਾ ਘੋਲਿਆ ਹੋਇਆ ਪਾਣੀ ਦੇ ਵਿੱਚ, ਉਹ ਘੱਟ ਕੰਸਨਟ੍ਰੇਸ਼ਨ ਹੋ ਗਈ, ਅਤੇ ਇੱਕ ਪਾਸੇ 2 ਜਾਂ 3 ਘੋਲ ਦਿੰਦੇ ਹਾਂ ਤਾਂ ਉਹ ਜ਼ਿਆਦਾ ਕੰਸਨਟ੍ਰੇਸ਼ਨ ਹੋ ਗਈ। ਅਤੇ ਦੋਨਾਂ ਸੋਲਿਊਸ਼ਨਸ ਨੂੰ ਬੀਕਰ ਦੇ ਵਿੱਚ ਅਸੀਂ ਸੈਮੀ ਪਰਮੀਏਬਲ ਕਿਸੇ ਮੈਂਬਰ ਦੇ ਨਾਲ ਅਲੱਗ ਕਰ ਦਈਏ ਤਾਂ ਘੱਟ ਕੰਸਨਟ੍ਰੇਸ਼ਨ ਤੋਂ ਸੋਲਵੈਂਟ ਜਿਹੜਾ ਪਾਣੀ ਹੈਗਾ ਆ ਉਹ ਵੱਧ ਕੰਸਨਟ੍ਰੇਸ਼ਨ ਵਾਲੇ ਪਾਸੇ ਨੂੰ ਮੂਵ ਕਰੇਗਾ। ਬੋਡੀ ਦੇ ਵਿੱਚ ਬਲੱਡ ਵੈਸਲ ਦੇ ਵਿੱਚ ਬਲੱਡ ਕੰਸਨਟ੍ਰੇਸ਼ਨ ਅਤੇ RBC ਸੈੱਲ ਦੀ ਕੰਸਨਟ੍ਰੇਸ਼ਨ ਸੇਮ ਹੁੰਦੀ ਹੈ। ਇਸ ਨੂੰ ਆਪਾਂ ਕਹਿੰਦੇ ਹਾਂ ਆਈਸੋਟੋਨਿਕ ਕੰਸਨਟ੍ਰੇਸ਼ਨ। ਸੋ ਸਾਲਟ ਕੰਸਨਟ੍ਰੇਸ਼ਨ ਇਨ ਬਲੱਡ ਇਜ਼ ਇਕੁਅਲ ਟੂ ਦਾ ਸਾਲਟ ਕੰਸਨਟ੍ਰੇਸ਼ਨ ਆਊਟਸਾਈਡ ਦਾ RBC। ਮਤਲਬ ਜਿੰਨੀ ਸਾਲਟ ਜਿਹੜਾ ਕਿ NaCl ਦਾ ਬਣਿਆ ਹੈ, ਸਾਡੇ RBCs ਦੇ ਵਿੱਚ ਵੀ NaCl ਜਾਂ ਸੋਡੀਅਮ ਆਇਨ ਪ੍ਰੈਜੈਂਟ ਹੈਗੇ, ਅਤੇ ਸਾਡੇ RBC ਤੋਂ ਬਾਹਰ ਜਿਹੜਾ ਬਲੱਡ ਹੈ ਉਹਦੇ ਵਿੱਚ ਵੀ ਲਿਕੁਇਡ ਫਾਰਮ ਦੇ ਵਿੱਚ ਵੀ ਸੋਡੀਅਮ ਆਇਨਸ ਪ੍ਰੈਜੈਂਟ ਹੁੰਦੇ ਆ, ਅਤੇ ਉਹਨਾਂ ਦੋਨਾਂ ਦੀ ਕੰਸਨਟ੍ਰੇਸ਼ਨ ਜਿਹੜੀ ਹੈ ਸੇਮ ਹੈ। ਇਸ ਕਰਕੇ ਜਿਹੜਾ RBC ਹੈਗਾ ਆਪਣੀ ਨੋਰਮਲ ਸ਼ੇਪ 'ਚ ਰਹਿੰਦਾ। ਆਈਸੋ ਮੀਨਸ ਸੇਮ, ਆਈਸੋਟੋਨਿਕ ਸੇਮ, ਉਹਦਾ ਜਿਹੜੀ ਸਾਈਜ਼ ਅਤੇ ਸ਼ੇਪ ਰਹਿੰਦੀ ਹੈ। ਇਸ ਕਰਕੇ ਉਹਦੀ ਬਣਤਰ ਦੇ ਉੱਤੇ ਕੋਈ ਇਫੈਕਟ ਨਹੀਂ ਪੈਂਦਾ।
ਆਈਸੋਟੋਨਿਕ ਸੋਲਿਊਸ਼ਨ ਬੋਡੀ ਦੇ ਵਿੱਚ ਹੋਣ ਕਰਕੇ। ਹੁਣ ਇਸ ਪਿਕਚਰ ਦੇ ਇਸ ਸਲਾਈਡ ਦੇ ਉੱਤੇ 3 ਡਾਇਗਰਾਮਸ ਬਣੀਆਂ ਹੋਈਆਂ। ਜੇ ਮਿਡਲ ਵਾਲੀ ਪਿਕਚਰ ਦੇਖੀਏ ਤਾਂ ਬੀਕਰ ਦੇ ਵਿੱਚ ਕੀ ਆ, RBC ਪਿਆ ਹੋਇਆ ਜਿਹੜਾ ਕਿ ਆਈਸੋਟੋਨਿਕ ਸੋਲਿਊਸ਼ਨ ਆ। ਆਈਸੋਟੋਨਿਕ ਸੋਲਿਊਸ਼ਨ ਲੈਬ ਦੇ ਵਿੱਚ ਅਸੀਂ ਬਣਾ ਸਕਦੇ ਹਾਂ। 0.9 ਗ੍ਰਾਮ NaCl ਸੋਡੀਅਮ ਕਲੋਰਾਈਡ ਨੂੰ 100 ml ਡਿਸਟਿਲਡ ਵਾਟਰ 'ਚ ਘੋਲ ਦਈਏ ਤਾਂ ਇਹ ਆਈਸੋਟੋਨਿਕ ਸੋਲਿਊਸ਼ਨ ਬਣ ਜਾਂਦਾ। ਸਾਡੀ ਬੋਡੀ ਦੇ ਵਿੱਚ ਵੀ ਜਿਹੜੇ ਬਲੱਡ ਵੈਸਲ ਉਹਨਾਂ ਦੀ ਜਿਹੜਾ ਕੰਸਨਟ੍ਰੇਸ਼ਨ ਹੈ ਉਹ ਆਈਸੋਟੋਨਿਕ ਹੀ ਹੁੰਦੀ ਹੈ। ਜਿੱਦਾਂ ਸਾਡੀ ਬੋਡੀ 'ਚ ਪਾਈ ਜਾਂਦੀ ਹੈ ਸੋਲਿਊਸ਼ਨ, ਉਸੇ ਤਰ੍ਹਾਂ ਦਾ ਸੋਲਿਊਸ਼ਨ ਅਸੀਂ ਬਾਹਰ ਲੈਬ 'ਚ ਬਣਾ ਲਾਂਗੇ ਤਾਂ ਆਈਸੋਟੋਨਿਕ ਸੋਲਿਊਸ਼ਨ। ਇਹਦੇ ਵਿੱਚ ਦੇਖੋ ਤਾਂ ਬੀਕਰ ਦੇ ਵਿੱਚ ਅਸੀਂ ਕੀ ਆ, RBCs ਪਾਇਆ ਹੋਇਆ ਅਤੇ ਬਾਹਰ ਵੀ ਉਨੇ ਹੀ ਸਾਲਟ ਕੰਸਨਟ੍ਰੇਸ਼ਨ ਹੈ ਜਿੰਨੀ RBC ਦੇ ਅੰਦਰ ਹੈ। ਸੋ ਦੋਨੋਂ ਕੰਸਨਟ੍ਰੇਸ਼ਨ ਬਰਾਬਰ ਹੋਣ ਕਰਕੇ ਪਾਣੀ ਨਾ ਤਾਂ RBC ਦੇ ਅੰਦਰ ਐਂਟਰ ਕਰੇਗਾ ਅਤੇ ਨਾ ਹੀ RBC ਤੋਂ ਅੰਦਰ ਪਾਣੀ ਜਿਹੜਾ ਹੈ ਉਹ ਬਾਹਰ ਨੂੰ ਮੂਵ ਕਰੇਗਾ ਅਤੇ RBC ਐਜ਼ ਸੱਚ ਨਾਰਮਲ ਹੀ ਰਹੇਗਾ। ਬਟ ਜੇ ਅਸੀਂ ਹੁਣ ਗੱਲ ਕਰੀਏ ਹਾਈਪਰਟੋਨਿਕ ਸੋਲਿਊਸ਼ਨ ਦੀ, ਜਿਵੇਂ ਕਿ ਡਾਇਗਰਾਮ ਵਿੱਚ ਦਿਖ ਰਿਹਾ ਡਾਟਸ ਬਾਹਰ ਜ਼ਿਆਦਾ ਲੱਗੇ ਹੋਏ ਆ ਸੋਲਿਊਟ ਦੇ, ਜ਼ਿਆਦਾ ਸੋਲਿਊਟ ਕੰਸਨਟ੍ਰੇਟਡ ਆ, ਇਹ ਹਾਈਪਰਟੋਨਿਕ ਸੋਲਿਊਸ਼ਨ ਹੈ। ਤਾਂ ਆਸਮੋਸਿਸ ਦਾ ਪ੍ਰਿੰਸੀਪਲ ਕੀ ਕਹਿੰਦਾ, ਕਿਹੜਾ ਵਾਟਰ ਹੈਗਾ ਉਹ ਲੋ ਕੰਸਨਟ੍ਰੇਸ਼ਨ, ਵਾਟਰ ਕੀ ਹੈ ਸੋਲਵੈਂਟ ਲੋ ਕੰਸਨਟ੍ਰੇਸ਼ਨ ਤੋਂ ਹਾਈ ਕੰਸਨਟ੍ਰੇਸ਼ਨ ਨੂੰ ਮੂਵ ਕਰੇਗਾ ਅਤੇ ਲੋ ਕੰਸਨਟ੍ਰੇਸ਼ਨ ਜਿਹੜੀ ਹੈਗੀ ਆ ਉਹ RBC ਦੇ ਅੰਦਰ ਹੈ ਅਤੇ ਬਾਹਰ ਜ਼ਿਆਦਾ ਕੰਸਨਟ੍ਰੇਸ਼ਨ ਹੈ ਸੋਲਿਊਟ ਦੀ। ਸੋ ਪਾਣੀ ਕੀ ਆ RBCs ਦੇ ਵਿੱਚੋਂ ਨਿਕਲੇਗਾ ਅਤੇ ਬੀਕਰ ਦੇ ਵਿੱਚ ਮੂਵ ਆ ਜਾਏਗਾ ਅਤੇ RBC ਦੀ ਜਿਹੜੀ ਸ਼ੇਪ ਆ 'ਚੋਂ ਪਾਣੀ ਨਿਕਲਣ ਕਰਕੇ ਉਹਦੀ ਜਿਹੜੀ ਟੋਨੀਸਿਟੀ ਹੈ, ਉਹਦਾ ਜਿਹੜੀ ਸ਼ੇਪ ਹੈ, ਸਾਈਜ਼ ਹੈ, ਉਹ ਸਿੰਗੜ ਜਾਏਗੀ ਅਤੇ ਉਹ ਸਿਕੜਿਆ ਹੋਇਆ RBC ਸਾਨੂੰ ਨਜ਼ਰ ਆਏਗਾ ਜਿਹੜਾ ਆਪਣੇ ਨੋਰਮਲ ਸਾਈਜ਼ ਅਤੇ ਸ਼ੇਪ ਨਾਲੋਂ ਛੋਟਾ ਹੋਏਗਾ। ਬਟ ਜੇ ਅਸੀਂ ਗੱਲ ਕਰੀਏ ਤੀਸਰੇ ਬੀਕਰ ਦੀ, ਜਿਹਦੇ ਵਿੱਚ ਕੀ ਆ ਹਾਈਪਰਟੋਨਿਕ ਸੋਲਿਊਸ਼ਨ ਹੈ। ਹਾਈਪਰਟੋਨਿਕ ਸੋਲਿਊਸ਼ਨ ਮਤਲਬ ਜਿਹਦੀ ਕੰਸਨਟ੍ਰੇਸ਼ਨ 0.9 ਗ੍ਰਾਮਸ NaCl ਤੋਂ ਘੱਟ ਹੈ, ਮਤਲਬ 0.8 0.7 0.6 ਗ੍ਰਾਮ ਆਪਾਂ NaCl ਨੂੰ ਘੋਲਦੇ ਹਾਂ ਤਾਂ ਉਹ ਹਾਈਪਰਟੋਨਿਕ ਸੋਲਿਊਸ਼ਨ ਹੋ ਜਾਂਦਾ। ਅਤੇ ਹਾਈਪਰਟੋਨਿਕ ਦੇ ਵਿੱਚ ਕੀ ਸੀਗਾ 0.9 ਤੋਂ ਵੱਧ ਕੰਸਨਟ੍ਰੇਸ਼ਨ 0.9 ਗ੍ਰਾਮਸ ਤੋਂ ਵੱਧ ਵਾਲੀ NaCl ਕੰਸਨਟ੍ਰੇਸ਼ਨ ਨੂੰ ਆਪਾਂ ਹਾਈਪਰਟੋਨਿਕ ਸੋਲਿਊਸ਼ਨ ਕਹਿ ਦਿੰਦੇ ਹਾਂ। ਹੁਣ ਇਸ ਪਿਕਚਰ ਨੂੰ ਧਿਆਨ ਨਾਲ ਵੇਖੀਏ ਤਾਂ ਬੀਕਰ ਦੇ ਵਿੱਚ RBCs ਹੈ ਜਿਹਦੇ ਵਿੱਚ ਕੀ ਹੈ ਸੋਲਿਊਟ ਦੀ ਕੰਸਨਟ੍ਰੇਸ਼ਨ ਜਿਹੜੀ ਹੈਗੀ ਆ ਉਹ ਜ਼ਿਆਦਾ ਆ RBCs ਦੇ ਅੰਦਰ ਅਤੇ ਬਾਹਰ ਹਾਈਪਰਟੋਨਿਕ ਸੋਲਿਊਸ਼ਨ ਦੇ ਵਿੱਚ ਕੀ ਆ ਸੋਲਿਊਟ ਦੀ ਕੰਸਨਟ੍ਰੇਸ਼ਨ ਸੋਡੀਅਮ NaCl ਦੀ ਕੰਸਨਟ੍ਰੇਸ਼ਨ ਘੱਟ ਹੈ। ਸੋ ਆਸਮੋਸਿਸ ਦੇ ਪ੍ਰਿੰਸੀਪਲ ਨੂੰ ਅਪਲਾਈ ਕਰੀਏ ਤਾਂ ਵਾਟਰ ਜਿਹੜਾ ਕਿ ਸੋਲਵੈਂਟ ਹੈ ਉਹ ਬਾਹਰੋਂ ਲੋ ਕੰਸਨਟ੍ਰੇਸ਼ਨ ਤੋਂ ਹਾਈ ਕੰਸਨਟ੍ਰੇਸ਼ਨ ਵੱਲ ਮੂਵ ਕਰੇਗਾ ਸੋਲਿਊਟ ਦੀ। ਸੋ ਵਾਟਰ ਕੀ ਆ ਵਿਲ ਸਟਾਰਟ ਐਂਟਰਿੰਗ ਇਨਟੂ ਦਾ RBC ਦੇ ਵਿੱਚ ਪਾਣੀ ਕੀ ਆ ਐਂਟਰ ਕਰਨਾ ਸ਼ੁਰੂ ਕਰ ਦੇਗਾ। ਅਤੇ ਪਾਣੀ ਤਦ ਤੱਕ ਐਂਟਰ ਕਰਦਾ ਜਾਏਗਾ ਜਿੰਨਾ RBC ਦੀ ਕਪੈਸਿਟੀ ਆ ਉਹਨੂੰ ਹੋਲਡ ਕਰਨ ਦੀ। ਫਿਰ ਇੱਕ ਕੰਡੀਸ਼ਨ ਇਹ ਆਏਗੀ ਕਿ RBCs ਦਾ ਸਾਈਜ਼ ਬਹੁਤ ਜ਼ਿਆਦਾ ਫੁੱਲ ਜਾਏਗਾ, ਸਵੈਲਿੰਗ ਹੋ ਜਾਏਗੀ ਅਤੇ ਇੱਕ ਕੰਡੀਸ਼ਨ ਤੋਂ ਬਾਅਦ ਉਹ ਪਾਣੀ ਜ਼ਿਆਦਾ ਅਬਜ਼ੋਰਬ ਨਹੀਂ ਕਰ ਪਾਏਗਾ ਅਤੇ ਉਹ ਫਟ ਜਾਏਗਾ। ਉਹਨੂੰ ਆਪਾਂ ਕੀ ਕਹਿੰਦੇ ਹਾਂ RBC ਬਸਟਿੰਗ ਉਹਨੂੰ ਆਪਾਂ ਕਹਿ ਸਕਦੇ ਹਾਂ, ਕਿਉਂਕਿ RBC ਦੀ ਕਪੈਸਿਟੀ ਨਾਲੋਂ ਜ਼ਿਆਦਾ ਵੱਧ ਪਾਣੀ ਉਹਦੇ ਵਿੱਚ ਐਂਟਰ ਕਰ ਜਾਏਗਾ ਅਤੇ ਉਹ ਹਾਈਪੋਟੋਨਿਕ ਸੋਲਿਊਸ਼ਨ ਦੇ ਵਿੱਚ ਕੀ ਹੈ ਸਵੈਲ ਹੋ ਜਾਏਗਾ ਅਤੇ ਉਹ ਫਟ ਜਾਏਗਾ, ਉਹਦੀ ਹੀਮੋਲਾਈਸਿਸ ਹੋ ਜਾਏਗੀ ਅਤੇ ਉਹ RBC ਦੇ ਅੰਦਰਲਾ ਕੰਟੈਂਟ ਜਿਹੜਾ ਆ RBC ਤੋਂ ਬਾਹਰ ਆ ਜਾਏਗਾ ਅਤੇ RBC ਦੇ ਵਿੱਚ ਹੋਰ ਕੁਛ ਨਹੀਂ ਪ੍ਰੈਜ਼ੈਂਟ ਹੁੰਦਾ, ਓਨਲੀ ਹੀਮੋਗਲੋਬਿਨ ਪ੍ਰੈਜ਼ੈਂਟ ਹੈ ਅਤੇ ਹੀਮੋਗਲੋਬਿਨ ਕੀ ਆ ਬਸਟਿੰਗ ਤੋਂ ਬਾਅਦ ਬਾਹਰ ਆ ਜਾਏਗਾ। ਸੋ ਹਾਈਪੋਟੋਨਿਕ ਸੋਲਿਊਸ਼ਨ ਜਿਹੜਾ ਕਿ ਜਿਸ ਦੀ ਕੰਸਨਟ੍ਰੇਸ਼ਨ ਆਈਸੋਟੋਨਿਕ ਸੋਲਿਊਸ਼ਨ ਤੋਂ ਘੱਟ ਹੈ 0.9 ਗ੍ਰਾਮ ਆਫ NaCl ਇਨ 100 ml ਡਬਲ ਡਿਸਟਿਲਡ ਵਾਟਰ ਤੋਂ ਘੱਟ ਦੇ ਕ੍ਰਮ ਵਿੱਚ 0.8 0.7 0.1 ਤੱਕ ਹੈ। ਉਹਦੇ ਵਿੱਚ ਕੀ ਹੈ ਇੱਕ ਕੰਡੀਸ਼ਨ ਇਹੋ ਜਿਹੀ ਆ ਜਾਂਦੀ ਹੈ ਜਦੋਂ RBC ਹੋਰ ਕੋਈ ਪਾਣੀ ਜਿਹੜਾ ਹੈਗਾ ਅਬਜ਼ੋਰਬ ਨਹੀਂ ਕਰ ਪਾਉਂਦਾ, ਆਪਣੇ ਵਿੱਚ ਅਕਮੋਡੇਟ ਨਹੀਂ ਕਰ ਪਾਉਂਦਾ ਅਤੇ ਉਸ ਥੋੜ੍ਹੀ ਦੇਰ ਬਾਅਦ ਕੀ ਆ ਉਹ ਫਟ ਜਾਂਦਾ। ਸੋ ਇਸ 'ਤੇ ਆਧਾਰਿਤ ਇਸ ਪ੍ਰੋਪਰਟੀ 'ਤੇ ਆਧਾਰਿਤ ਹੀ ਜਿਹੜਾ ਟੈਸਟ ਹੈ ਉਹ ਡਿਜ਼ਾਈਨ ਕੀਤਾ ਗਿਆ ਜਿਹਨੂੰ ਔਸਮੈਟਿਕ ਫ੍ਰੈਜਿਲਿਟੀ ਟੈਸਟ ਕਹਿੰਦੇ ਆ। ਸੋ ਔਸਮੈਟਿਕ ਫ੍ਰੈਜਿਲਿਟੀ ਟੈਸਟ is a test to measure the flexibility of RBC or capacity of RBC to check how much amount of water RBC can intake in decreasing concentration of solution. Osmotic fragility test RBC ਦੀ flexibility ਨੂੰ ਨਾਪਦਾ ਹੈ ਕਿ ਉਹ ਕਿੰਨਾ ਪਾਣੀ ਅਬਜ਼ੋਰਬ ਆਪਣੇ ਅੰਦਰ ਲੈ ਸਕਦਾ ਹੈ
ਆਪਣੇ ਅੰਦਰ ਲੈ ਸਕਦਾ ਹੈ ਜਦੋਂ ਉਸ ਨੂੰ ਘੱਟ ਕੰਸਨਟ੍ਰੇਸ਼ਨ ਵਾਲੇ ਸੋਲਿਊਸ਼ਨ ਜਾਣੀ ਹਾਈਪੋਟੋਨਿਕ ਸੋਲਿਊਸ਼ਨ ਨਾਲ ਟਰੀਟ ਕੀਤਾ ਜਾਂਦਾ ਹੈ। ਹਾਈਪੋਟੋਨਿਕ ਸੋਲਿਊਸ਼ਨ ਵੀ ਕੀ ਘੱਟ ਦੇ ਕ੍ਰਮ ਦੇ ਵਿੱਚ ਹਾਈਪੋਟੋਨਿਕ ਸੋਲਿਊਸ਼ਨ ਮਤਲਬ ਆਪਾਂ NaCl ਦੀ ਕੰਸਨਟ੍ਰੇਸ਼ਨ ਨੂੰ ਘਟਾਉਂਦੇ ਜਾਵਾਂਗੇ 0.9 ਗ੍ਰਾਮ ਪਰ 100 ਲੀਟਰ ਤੋਂ ਅਸੀਂ 0.8 0.7 0.6 0.8 ਮਤਲਬ ਹੌਲੀ ਹੌਲੀ NaCl ਦਾ ਅਮਾਊਂਟ ਕੀ ਆ ਸੋਲਿਊਸ਼ਨ ਦੇ ਵਿੱਚ ਘਟਾਉਂਦੇ ਜਾਵਾਂਗੇ। ਜੇ ਅਸੀਂ ਐਗਜ਼ਾਮਪਲ ਦੀ ਗੱਲ ਕਰੀਏ in healthy body RBCs are biconcave in shape while in disease hereditary spherocytosis RBCs are spherical in shape। ਸਾਨੂੰ ਪਤਾ ਨੋਰਮਲ ਹੈਲਦੀ ਬੋਡੀ ਦੇ ਵਿੱਚ RBC ਦੀ ਸ਼ੇਪ ਕੀ ਹੁੰਦੀ ਹੈ ਬਾਈਕਨਕੇਵ ਸ਼ੇਪ ਹੁੰਦੀ ਹੈ ਬਟ ਬਿਮਾਰੀ ਦੇ ਵਿੱਚ ਇਹ ਸ਼ੇਪ ਕੀ ਆ ਜਾਂ ਤਾਂ ਜ਼ਿਆਦਾ ਸਿकुड़ ਜਾਏਗੀ ਜਾਂ ਫਿਰ ਵੱਧ ਜਾਏਗੀ। ਸਫੀਰੋਸਾਈਟੋਸਿਸ ਮਤਲਬ ਗੇਨਸ ਸਫੀਅਰ ਵਰਗੀ ਦੀ ਸ਼ੇਪ ਹੋ ਜਾਏਗੀ ਸਫੈਰੀਕਲ ਇਨ ਨੇਚਰ। ਐਗਜ਼ਾਮਪਲ ਲਈਏ ਤਾਂ ਜਿਸ ਤਰ੍ਹਾਂ ਇੱਕ ਗੁਬਾਰਾ ਹੈ ਉਹਨੂੰ ਅਸੀਂ ਫੈਲਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਮੈਕਸੀਮਮ ਆਪਣੀ ਸ਼ੇਪ ਜਿਹੜੀ ਆ ਗੋਲਾਕਾਰ ਲੈਣ ਦੀ ਕੋਸ਼ਿਸ਼ ਕਰਦਾ। ਸੋ ਉਹਦੀ ਪਹਿਲਾਂ ਉਹ ਜਦੋਂ ਤੱਕ ਉਹਦੇ 'ਚ ਹਵਾ ਨਹੀਂ ਭਰੀ ਗਈ ਬੈਲੂਨ ਦੇ ਵਿੱਚ ਉਹ ਕੀ ਆ ਸਿਕੜਿਆ ਹੋਇਆ ਹੈ ਅਤੇ ਇਹਨੂੰ ਆਪਾਂ ਕੰਪੇਅਰ ਕਰ ਸਕਦੇ ਹਾਂ ਬਾਈਕਨਕੇਵ RBCs ਦੇ ਨਾਲ। ਫਿਰ ਆਪਾਂ ਉਹਦੇ ਵਿੱਚ ਹਵਾ ਭਰੀ ਜਾਵਾਂਗੇ ਬੈਲੂਨ ਦੇ ਵਿੱਚ ਤਾਂ ਕੀ ਆ ਉਹਦੀ ਸ਼ੇਪ ਕੀ ਆ ਗੋਲ ਸਫੈਰੀਕਲ ਸ਼ੇਪ ਹੋ ਜਾਏਗੀ। ਬਟ ਇੱਕ ਕੰਡੀਸ਼ਨ ਇੱਕ ਇਸ ਤਰ੍ਹਾਂ ਦੀ ਪ੍ਰਸਥਿਤੀ ਆ ਜਾਏਗੀ ਜਦੋਂ ਜਿਹੜਾ ਗੁਬਾਰਾ ਜਾਂ ਬਲੂਨ ਆ ਉਹਦੇ 'ਚ ਹੋਰ ਜ਼ਿਆਦਾ ਹਵਾ ਨਹੀਂ ਜਾ ਪਾਏਗੀ ਤਾਂ ਉਹਦੇ ਨਾਲ ਉਸ ਤੋਂ ਬਾਅਦ ਕੀ ਆ ਉਹ ਫਟ ਜਾਏਗਾ। ਸੋ ਸੇਮ ਇਜ਼ ਟਰੂ ਇਨ ਦਾ ਕੇਸ ਆਫ ਰੈੱਡ ਬਲੱਡ ਕਾਰਪੋਸੈਲਸ। ਸੋ ਆਪਾਂ ਜੇ ਹਾਈਪੋਟੋਨਿਕ ਸੋਲਿਊਸ਼ਨ ਲਈਏ ਉਹਦੇ 'ਚ ਨੋਰਮਲ ਹੈਲਦੀ ਸਬਜੈਕਟ ਦਾ RBC ਪਾਈਏ ਜਿਹੜਾ ਕਿ ਬਾਈਕਨਕੇਵ ਸ਼ੇਪ ਹੈ ਤਾਂ ਉਹਦੇ ਵਿੱਚ ਪਾਣੀ ਐਂਟਰ ਕਰਨਾ ਸ਼ੁਰੂ ਕਰ ਦੇਗਾ ਅਤੇ ਉਹ ਹੌਲੀ ਹੌਲੀ ਉਹਦੀ ਬਾਈਕਨਕੇਵ ਸ਼ੇਪ ਜਿਹੜੀ ਹੈਗੀ ਆ ਸਫੈਰੀਕਲ ਸ਼ੇਪ 'ਚ ਕਨਵਰਟ ਹੋਣੀ ਸ਼ੁਰੂ ਹੋ ਜਾਏਗੀ। ਪਰ ਇੱਕ ਕੰਡੀਸ਼ਨ ਤੋਂ ਬਾਅਦ ਜ਼ਿਆਦਾ ਪਾਣੀ ਐਂਟਰ ਕਰਨ ਤੋਂ ਬਾਅਦ ਉਹ ਫਟ ਜਾਏਗਾ। ਬਟ ਜੇ ਆਲਰੇਡੀ ਕੋਈ ਪੇਸ਼ੈਂਟ ਹੈ ਜਿਹਦੇ ਵਿੱਚ ਉਹਦਾ ਨੋਰਮਲ RBC ਦਾ ਸਾਈਜ਼ ਜਾਂ ਸ਼ੇਪ ਜਿਹੜੀ ਹੈ ਉਹ ਆਲਰੇਡੀ ਚੇਂਜ ਹੋ ਚੁੱਕੀ ਆ ਉਹ ਸਫੈਰੀਕਲ ਸ਼ੇਪ ਹੋ ਚੁੱਕੀ ਹੈ ਤਦ ਉਹਦੀ ਵੱਧ ਸ਼ੇਪ ਹੋਣ ਕਰਕੇ ਉਹਦੇ ਵਿੱਚ ਬਹੁਤ ਘੱਟ ਅਮਾਊਂਟ ਦਾ ਪਾਣੀ ਹੀ ਐਂਟਰ ਕਰ ਪਾਏਗਾ। ਸੋ ਇਸ ਫਾਰਮੂਲੇ ਨੂੰ ਜਾਂ ਇਸ ਪ੍ਰਿੰਸੀਪਲ ਨੂੰ ਅਪਲਾਈ ਕਰਕੇ ਅਸੀਂ ਡਿਸੀਜ਼ਡ ਪੇਸ਼ੈਂਟ ਅਤੇ ਨੋਰਮਲ ਸਬਜੈਕਟ ਦੇ ਵਿੱਚ ਕੀ ਆ ਡਿਫਰੈਂਸ਼ੀਏਟ ਕਰ ਸਕਦੇ ਹਾਂ। ਅਤੇ ਸਫੈਰੀਕਲ ਸ਼ੇਪ ਜਿਹੜੀ ਹੁੰਦੀ ਆ ਉਹ ਜ਼ਿਆਦਾ ਪਾਣੀ ਨਹੀਂ ਅਬਜ਼ੋਰਬ ਕਰ ਪਾਉਂਦੀ ਅਤੇ ਆਪਣਾ ਕਿਉਂਕਿ ਉਹਦਾ ਆਲਰੇਡੀ ਹੀ ਪਹਿਲਾਂ ਵੱਡਾ ਸਾਈਜ਼ ਹੁੰਦਾ ਅਤੇ ਜਿਹੜਾ ਨੋਰਮਲ ਬੰਦੇ ਦਾ RBCs ਹੋਏਗਾ ਹੈਲਦੀ ਸਬਜੈਕਟ ਦਾ ਉਹ ਬਾਈਕਨਕੇਵ ਸ਼ੇਪ ਤੋਂ ਸਫੈਰੀਕਲ 'ਚ ਕਨਵਰਟ ਹੋ ਜਾਏਗਾ। ਸੋ ਕਮਿੰਗ ਟੂ ਦਾ ਪ੍ਰਿੰਸੀਪਲ ਕੀ ਆ ਆਸਮਾਟਿਕ ਫ੍ਰੈਜਿਲਿਟੀ ਟੈਸਟ ਦਾ ਸਮਾਲ ਵੋਲੀਅਮ ਆਫ ਬਲੱਡ ਮਿਕਸਡ ਵਿਦ ਲਾਰਜ ਵੋਲੀਅਮ ਆਫ ਸਲਾਈਨ ਇਨ ਡਿਫਰੈਂਟ ਕੰਸਨਟ੍ਰੇਸ਼ਨ ਫਾਈਨਲੀ ਵੀ ਚੈੱਕ ਦਾ ਹੀਮੋਲਾਈਸਿਸ ਬਾਏ ਸਪੈਕਟ੍ਰੋਫੋਟੋਮੀਟਰ ਐਟ 540 ਨੈਨੋਮੀਟਰ। ਸੋ ਬਹੁਤ ਘੱਟ ਵੋਲੀਅਮ ਆਪਾਂ ਬਲੱਡ ਦਾ ਲੈਂਦੇ ਹਾਂ ਉਹਨੂੰ ਮਿਕਸ ਕਰ ਦਿੰਦੇ ਹਾਂ ਇੱਕ ਪਰਟੀਕੁਲਰ ਸਲਾਈਨ ਵਾਟਰ ਨਾਲ। ਸਲਾਈਨ ਵਾਟਰ ਨੂੰ ਕਿਹਨੂੰ ਕਹਿੰਦੇ ਆ NaCl ਨੂੰ। ਅਤੇ ਨੋਰਮਲ ਆਈਸੋਟੋਨਿਕ ਸਲਾਈਨ ਵਾਟਰ ਦੀ ਕੀ ਕੰਸਨਟ੍ਰੇਸ਼ਨ ਹੁੰਦੀ ਆ 0.9 ਗ੍ਰਾਮਸ ਨੂੰ ਆਪਾਂ 100 ml ਦੇ ਵਿੱਚ ਘੋਲ ਦਿੰਦੇ ਹਾਂ। ਤਾਂ ਉਸ ਤੋਂ ਬਾਅਦ ਉਹਨੂੰ RBCs ਨੂੰ ਡਿਫਰੈਂਟ ਕੰਸਨਟ੍ਰੇਸ਼ਨ ਘੱਟ ਦੇ ਕ੍ਰਮ ਦੀ ਕੰਸਨਟ੍ਰੇਸ਼ਨ ਨਾਲ ਹਾਈਪੋਟੋਨਿਕ ਸੋਲਿਊਸ਼ਨ ਦੇ ਨਾਲ ਆਪਾਂ ਟਰੀਟ ਕਰਦੇ ਹਾਂ ਜਦ ਤੱਕ ਉਹਦੀ ਹੀਮੋਲਾਈਸਿਸ ਨਹੀਂ ਹੋ ਜਾਂਦੀ ਉਹ ਫਟ ਨਹੀਂ ਜਾਂਦਾ ਅਤੇ ਉਹਦਾ ਹੀਮ ਕੰਪੋਨੈਂਟ ਜਿਹੜਾ ਹੈਗਾ ਉਹ ਬਾਹਰ ਨਹੀਂ ਆ ਜਾਂਦਾ। ਫਿਰ ਉਸ ਹੀਮ ਕੰਪੋਨੈਂਟ ਨੂੰ ਅਸੀਂ ਸਪੈਕਟ੍ਰੋਫੋਟੋਮੀਟਰ 'ਤੇ 540 ਨੈਨੋਮੀਟਰ 'ਤੇ ਨਾਪ ਲੈਂਦੇ ਹਾਂ। ਸੋ ਇਸ ਐਕਸਪੈਰੀਮੈਂਟ ਨੂੰ ਕਰਨ ਵਾਸਤੇ ਸਾਨੂੰ ਜੋ ਰੇਸ਼ੋ ਚਾਹੀਦੀ ਹੈ ਦੈਟ ਇਜ਼ 1:1000 ਮਤਲਬ ਇੱਕ ਹਿੱਸਾ ਬਲੱਡ ਦਾ ਅਤੇ 1000 ਹਿੱਸੇ ਸਾਡੇ ਕੋਲ ਨੋਰਮਲ ਸਲਾਈਨ ਦਾ ਹੋਣਾ ਚਾਹੀਦਾ ਜਾਂ ਹੋਰ ਹਾਈਪੋਟੋਨਿਕ ਸੋਲਿਊਸ਼ਨ ਦਾ ਹੋਣਾ ਚਾਹੀਦਾ। ਮਤਲਬ ਕਿ 1 ml ਅਸੀਂ ਲਵਾਂਗੇ ਬਲੱਡ ਜਾਂ 1 ਮਾਈਕਰੋਲੀਟਰ ਲਵਾਂਗੇ ਬਲੱਡ ਅਤੇ 999 ਮਾਈਕਰੋਲੀਟਰ ਆਪਾਂ ਉਹਦੇ 'ਚ ਨੋਰਮਲ ਸਲਾਈਨ ਐਡ ਕਰਾਂਗੇ। ਫਿਰ ਉਸ ਦਾ ਇਫੈਕਟ ਦੇਖਾਂਗੇ ਕਿ ਇਹ ਉਸ ਕੰਸਨਟ੍ਰੇਸ਼ਨ ਦਾ ਕੀ ਇਫੈਕਟ ਪਿਆ। ਸੋ ਰਿਕੁਆਇਰਮੈਂਟ ਸਾਨੂੰ ਕੀ ਚਾਹੀਦੀ ਹੈ ਬਫਰ ਨੋਰਮਲ ਸਲਾਈਨ ਚਾਹੀਦਾ ਜਿਹੜਾ ਕਿ 0.9 ਗ੍ਰਾਮ ਪਰ ਡੈਸੀਲੀਟਰ ਹੈ ਜਾਂ ਉਹਦੇ 'ਚ 1.1 ਗ੍ਰਾਮ ਹੋਰ ਐਡ ਕਰ ਦਈਏ ਤਾਂ 10 ਗ੍ਰਾਮ ਪਰ ਡੈਸੀਲੀਟਰ ਹੈ। ਬਟ ਐਗਜ਼ੈਕਟ ਕੰਸਨਟ੍ਰੇਸ਼ਨ ਇਜ਼ 0.9 ਗ੍ਰਾਮਸ ਨੂੰ ਆਪਾਂ 100 ml ਡੈਸੀਲੀਟਰ ਮਤਲਬ 100 ml ਦੇ ਵਿੱਚ ਘੋਲ ਦਿੰਦੇ ਹਾਂ। ਜੇ ਲੀਟਰ 'ਚ ਬਣਾਉਣਾ ਹੋਵੇ ਤਾਂ 10 ਨਾਲ ਮਲਟੀਪਲਾਈ ਕਰਾਂਗੇ 0.9 will got converted to 9 gram per liter ਮਤਲਬ per 1000 ml solution. So if we make dilution of 0.9 gram of normal saline like 0.9 0.8 0.75 up to 0.1 ਇਸ ਤਰ੍ਹਾਂ ਆਪਾਂ ਸੀਰੀਅਲ ਡਿਲੂਸ਼ਨ ਕਰਕੇ ਉਹਦੀ ਹਾਈਪੋਟੋਨਿਕ ਸੋਲਿਊਸ਼ਨ ਵੱਖ-ਵੱਖ ਕੰਸਨਟ੍ਰੇਸ਼ਨ 'ਤੇ ਬਣਾ ਲਵਾਂਗੇ। ਸੋ ਇਸ
ऑस्मोटिक फ्रेजिलिटी टेस्ट वास्ते सानू जिहड़ा ब्लड चाहिदा एंटीकोगुलेंट आपां यूज़ करते हैं दैट इज़ हैपरनाइज्ड नॉर्मल एंटीकोगुलेंट हैपरिन दी यूज़ करते हैं। सो व्हाट इज़ द प्रोसीजर की है, टेक सैट ऑफ 12 ट्यूब्स फॉर ਟੈਸਟ ਐਂਡ ਕੰਟਰੋਲ। 2 ਸੈੱਟ ਲਗਾਵਾਂਗੇ ਆਪਾਂ ਟੈਸਟ ਦੇ, ਇੱਕ ਟੈਸਟ ਜਿਹੜਾ ਪੇਸ਼ੈਂਟ ਦਾ, ਇੱਕ ਕੰਟਰੋਲ ਇੱਕ ਹੈਲਦੀ ਬੰਦੇ ਦਾ। ਉਹਦੇ ਵਾਸਤੇ 12 ਟਿਊਬਸ ਲਵਾਂਗੇ। 12 ਟਿਊਬਸ ਦੇ ਵਿੱਚ ਡਿਫਰੈਂਟ ਕੰਸਨਟ੍ਰੇਸ਼ਨ 0.9 ਤੋਂ ਲੈ ਕੇ 0.1 ਤੱਕ ਆਪਾਂ ਮਾਰਕ ਕਰ ਲਾਂਗੇ। ਦੈਨ ਟੇਕ 2 ml ਡਿਫਰੈਂਟ ਡਿਲੂਸ਼ਨ ਆਫ ਸਲਾਈਨ, ਜਿਹੜੀ ਆਪਾਂ ਡਿਲੂਸ਼ਨ ਕਰਕੇ ਅਲੱਗ ਅਲੱਗ ਕੰਸਨਟ੍ਰੇਸ਼ਨ ਬਣਾਈਆਂ ਉਹ ਪਾ ਦਾਂਗੇ। 0.9 0.8 0.75 ਅਪ ਟੂ 0.1 ਤੱਕ 12 ਟਿਊਬਸ ਲੱਗ ਜਾਣਗੀਆਂ। ਫਿਰ ਐਡ 200 ਮਾਈਕ੍ਰੋਲੀਟਰ ਆਫ ਬਲੱਡ ਇਨ ਈਚ ਡਿਲੂਸ਼ਨ। ਫਿਰ ਹਰੇਕ ਦੇ ਵਿੱਚ 20 ਮਾਈਕ੍ਰੋਲੀਟਰ ਬਲੱਡ ਪਾਤਾ। ਮਿਕਸ ਇਟ, ਲੀਵ ਇਟ ਫॉर 30 ਮਿੰਟਸ ਇਨ ਰੂਮ ਟੈਂਪਰੇਚਰ। ਇਹਨੂੰ ਮਿਕਸ ਕਰਨਾ ਜ਼ਿਆਦਾ ਵਿਗਰਸਲੀ ਨਹੀਂ, ਕਿਉਂਕਿ RBC ਫਰਜਾਈਲ ਹੁੰਦੇ ਆ, ਉਹ ਛੇਤੀ ਟੁੱਟ ਸਕਦੇ ਆ। ਤੋ ਉਹਨੂੰ 30 ਮਿੰਟਸ ਤੱਕ ਇਨਕੂਬੇਟ ਕਰਾਂਗੇ ਆਪਾਂ ਰੂਮ ਟੈਂਪਰੇਚਰ ਦੇ ਉੱਤੇ। ਦੈਨ ਸੈਂਟਰੀਫਿਊਜ ਕਰਾਂਗੇ 3000 RPM 'ਤੇ ਫॉर 10 ਮਿੰਟਸ। ਅਤੇ ਜਿਹੜਾ ਸੁਪਰਨੇਟੈਂਟ ਆ ਜਾਏਗਾ ਤਾਂ ਉਹਦੀ ਕੰਸਨਟ੍ਰੇਸ਼ਨ ਜਿਹੜੀ ਹੈ ਆਪਾਂ 540 ਨੈਨੋਮੀਟਰ 'ਤੇ ਮੇਜਰ ਕਰ ਲਾਂਗੇ। ਸੋ ਜਦੋਂ ਸੈਂਟਰੀਫਿਊਜ ਕਰਾਂਗੇ ਤਾਂ ਜ਼ਿਆਦਾ ਪਾਣੀ ਇਨਟੇਕ ਤੋਂ ਬਾਅਦ ਜਿਹੜੇ RBCs ਹੈਗੇ ਹਾਈਪੋਟੋਨਿਕ ਸੋਲਿਊਸ਼ਨ 'ਤੇ ਉਹ ਸਵੈਲਿੰਗ ਹੋ ਜਾਏਗੀ ਅਤੇ ਉਸ ਤੋਂ ਬਾਅਦ ਉਹਨਾਂ ਦੀ ਬਸਟਿੰਗ ਹੋ ਜਾਏਗੀ। ਬਸਟ ਹੋਣ ਤੋਂ ਬਾਅਦ ਉਹਨਾਂ ਦਾ ਹੀਮੋਗਲੋਬਿਨ ਕੀ ਆ ਰਿਲੀਜ਼ ਹੋ ਜਾਏਗਾ। ਸੋ ਹੀਮ ਇੱਕ ਕਲਰਡ ਕੰਪਾਊਂਡ ਹੈ ਜਿਹਦੀ ਆਪਾਂ ਅਬਜ਼ੋਰਬੈਂਸ ਜਾਂ ਟਰਾਂਸਮਿਟੈਂਸ ਜਾਂ ਆਪਟੀਕਲ ਡੈਂਸਿਟੀ ਸਪੈਕਟਰੋਫੋਟੋਮੀਟਰ 'ਤੇ ਮੇਜਰ ਕਰ ਲਾਂਗੇ। ਅਤੇ ਦੋਨਾਂ ਦੀ ਰੀਡਿੰਗ ਟੈਸਟ ਸੈਂਪਲ ਦੀ ਅਤੇ ਕੰਟਰੋਲ ਸੈਂਪਲ ਦੀ ਰੀਡਿੰਗ ਲੈ ਕੇ ਇੱਕ ਗ੍ਰਾਫ ਪਲਾਟ ਕਰਾਂਗੇ, ਜਿਸ ਤੋਂ ਕਿ ਆਪਾਂ ਔਸਮੈਟਿਕ ਫਰੈਜਿਲਿਟੀ ਦੀ ਵੈਲਿਊ ਪਰਸੈਂਟੇਜ ਦੇ ਵਿੱਚ ਕੈਲਕੂਲੇਟ ਕਰ ਸਕਦੇ ਹਾਂ। ਸੋ ਇਹ ਜਿਹੜੀ ਪਿਕਚਰ ਤੁਹਾਨੂੰ ਦਿਖਾਈ ਦੇ ਰਹੀ ਆ, ਸੋ ਇਟ ਡਿਪਿਕਟਸ ਦਾ ਕੰਪੈਰੀਜ਼ਨ ਬਿਟਵੀਨ ਟੈਸਟ ਐਂਡ ਕੰਟਰੋਲ ਸੈਂਪਲ, ਅਤੇ ਉਹਦਾ ਫਾਈਨਲ ਰਿਜ਼ਲਟ ਦੱਸ ਰਹੀ ਹੈ। ਤੋ ਇਹਦੇ ਐਕਸ ਐਕਸਿਸ ਦੇ ਉੱਤੇ NaCl ਦੀ ਕੰਸਨਟ੍ਰੇਸ਼ਨ ਹੈ ਵਿਚ ਇਜ਼ ਗ੍ਰਾਮ ਪਰ ਲੀਟਰ ਜਾਂ ਗ੍ਰਾਮ ਪਰ ਡੈਸੀਲੀਟਰ। ਵਾਈ ਐਕਸਿਸ 'ਤੇ ਕੀ ਆ ਪਰਸੈਂਟੇਜ ਆਫ ਲਾਈਸਿਸ, ਕਿੰਨੇ % RBCs ਜਿਹੜੇ ਹੈਗੇ ਆ ਲਾਈਸ ਹੋ ਜਾਂਦੇ ਆ ਅਲੱਗ ਅਲੱਗ ਡਿਫਰੈਂਟ ਕੰਸਨਟ੍ਰੇਸ਼ਨ ਦੇ ਵਿੱਚ। ਜੇ ਅਸੀਂ ਨੋਰਮਲ ਹੈਲਦੀ ਬੰਦੇ ਦੀ ਹੈਲਦੀ ਸਬਜੈਕਟ ਦੀ ਗੱਲ ਕਰੀਏ ਤਾਂ 0.5 ਤੋਂ 0.45 ਗ੍ਰਾਮ ਪਰ ਡੈਸੀਲੀਟਰ ਦੇ ਵਿੱਚ 50% ਜਿਹੜੇ ਨੋਰਮਲ ਹੈਲਦੀ ਬੰਦੇ ਦੇ RBCs ਹੈ ਉਹਨਾਂ ਦੀ ਲਾਈਸਿਸ ਹੋ ਜਾਂਦੀ ਹੈ। ਉਹ ਕੀ ਆ ਮੈਕਸਿਮਮ ਪਾਣੀ ਅਬਜ਼ੋਰਵ ਕਰ ਲੈਂਦੇ ਆ 0.5 ਤੋਂ 0.45 ਗ੍ਰਾਮ ਡੈਸੀਲੀਟਰ ਦੇ ਵਿੱਚ, ਅਤੇ ਉਹਨਾਂ ਦੀ ਉਸ ਤੋਂ ਬਾਅਦ ਬਸਟਿੰਗ ਹੋ ਜਾਂਦੀ ਹੈ ਅਤੇ ਹੀਮੋਲਾਈਸਿਸ ਹੋ ਜਾਂਦਾ। ਹੀਮੋਲਾਈਸਿਸ ਤੋਂ ਬਾਅਦ ਹੀਮ ਰਿਲੀਜ਼ ਨੂੰ ਆਪਾਂ ਸਪੈਕਟਰੋਫੋਟੋਮੀਟਰ 'ਤੇ ਮੇਜਰ ਕਰ ਲੈਂਦੇ ਹਾਂ। ਸੋ ਨੈਕਸਟ ਗ੍ਰਾਫ ਸ਼ੋ ਕਰ ਰਿਹਾ ਡਿਸੀਜ਼ਡ ਕੰਡੀਸ਼ਨ ਦੇ ਵਿੱਚ, ਜਿੱਦਾਂ ਕਿ ਹੈਰੀਡਿਟਰੀ ਸਫੀਰੋਸਾਈਟੋਸਿਸ ਡਿਸੀਜ਼ ਕੰਡੀਸ਼ਨ ਹੋ ਸਕਦੀ ਹੈ। ਇਹਦੇ ਵਿੱਚ ਕੀ ਆ ਜਿਹੜੀ ਲਾਈਸਿਸ ਹੈਗੀ ਆ ਉਹ ਥੋੜ੍ਹੀ ਜਲਦੀ ਹੋ ਜਾਂਦੀ ਹੈ ਐਜ਼ ਕੰਪੇਅਰ ਟੂ ਨੋਰਮਲ RBCs ਸੈਲਸ, ਠੀਕ ਹੈ। ਅਤੇ ਇਹਦੀ ਵੈਲਿਊ ਕੀ ਹੋਏਗੀ 4.5 ਜਾਂ 5 ਗ੍ਰਾਮ ਪਰ ਡੈਸੀਲੀਟਰ ਤੋਂ ਪਹਿਲਾਂ ਇਹਦੀ ਲਾਈਸਿਸ ਹੋ ਜਾਏਗੀ। ਸੋ ਇਸ ਗ੍ਰਾਫ ਤੋਂ ਸਾਨੂੰ ਇਹਦੀ ਕਲੀਨਿਕਲ ਸਿਗਨੀਫੀਕੈਂਸ ਦਾ ਪਤਾ ਲੱਗਦਾ ਕਿ ਔਸਮੈਟਿਕ ਫਰੈਜਿਲਿਟੀ ਕਿਹੜੇ ਕਿਹੜੇ ਕੇਸਿਸ ਦੇ ਵਿੱਚ ਜ਼ਿਆਦਾ ਵੱਧਦੀ ਹੈ ਅਤੇ ਕਿਹੜੇ ਕਿਹੜੇ ਕੇਸਿਸ ਦੇ ਵਿੱਚ ਔਸਮੈਟਿਕ ਫਰੈਜਿਲਿਟੀ ਜਿਹੜੀ ਹੈਗੀ ਆ ਉਹ ਡਿਕਰੀਜ਼ ਹੋ ਜਾਂਦੀ ਹੈ। ਸੋ ਹੈਰੀਡਿਟਰੀ ਸਫੀਰੋਸਾਈਟੋਸਿਸ ਦੇ ਵਿੱਚ ਔਸਮੈਟਿਕ ਫਰੈਜਿਲਿਟੀ ਦੀ ਵੈਲਿਊ ਕੀ ਹੈ ਇਨਕਰੀਜ਼ ਹੋ ਜਾਂਦੀ ਹੈ। ਅਤੇ ਕਿਉਂਕਿ ਸਫੀਰੋਸਾਈਟੋਸਿਸ ਦਾ ਸਾਈਜ਼ ਨੋਰਮਲ ਇਰੀਥਰੋਸਾਈਟਸ ਨਾਲੋਂ ਆਲਰੇਡੀ ਜ਼ਿਆਦਾ ਹੁੰਦਾ, ਸੋ ਇਸ ਕਰਕੇ ਇਹ ਜ਼ਿਆਦਾ ਪਾਣੀ ਅਬਜ਼ੋਰਵ ਨਹੀਂ ਕਰ ਪਾਉਂਦਾ ਅਤੇ ਜ਼ਿਆਦਾ ਸਵੈਲਿੰਗ ਇਹਦੀ ਨਹੀਂ ਹੁੰਦੀ। ਤੋ ਇਸ ਕਰਕੇ ਇਹਦੇ 'ਚ ਪਾਣੀ ਵੀ ਘੱਟ ਐਂਟਰ ਕਰਦਾ ਅਤੇ ਇਹਦੀ ਜਿਹੜੀ ਵੈਲਿਊ ਹੈਗੀ ਹੈ ਔਸਮੈਟਿਕ ਇਹਦੀ ਵੈਲਿਊ ਇਨਕਰੀਜ਼ ਹੋ ਜਾਂਦੀ ਹੈ। ਅਤੇ ਡਿਕਰੀਜ਼ ਔਸਮੈਟਿਕ ਫਰੈਜਿਲਿਟੀ ਜਿਹੜੀ ਹੈ ਉਹ ਪਾਈ ਜਾਂਦੀ ਹੈ ਥੈਲਸੀਮੀਆ ਦੇ ਵਿੱਚ ਜਾਂ ਆਇਰਨ ਡੈਫੀਸ਼ੀਐਂਸੀ ਅਨੀਮੀਆ ਦੇ ਵਿੱਚ। ਕਿਉਂਕਿ ਇਸ ਦੇ ਵਿੱਚ RBCs ਦੀ ਜਿਹੜੀ ਸ਼ੇਪ ਹੈਗੀ ਆ ਉਹ ਨੋਰਮਲ ਸ਼ੇਪ ਨਾਲੋਂ ਘੱਟ ਜਾਂਦੀ ਹੈ, ਡਿਕਰੀਜ਼ ਹੋ ਜਾਂਦੀ ਹੈ, ਸਿकुड़ ਜਾਂਦੀ ਆ। ਤਾਂ ਇਸ ਕੇਸ ਦੇ ਵਿੱਚ ਕੀ ਆ ਸਾਈਜ਼ ਆਫ ਦਾ ਇਰੀਥਰੋਸਾਈਟ ਡਿਕਰੀਜ਼ਿਜ਼। ਸੋ ਕਪੈਸਿਟੀ ਜਿਹੜੀ ਹੈ ਇਰੀਥਰੋਸਾਈਟ ਦੀ ਵਾਟਰ ਨੂੰ ਅਬਜ਼ੋਰਵ ਕਰਨ ਦੀ ਜ਼ਿਆਦਾ ਵੱਧ ਜਾਂਦੀ ਹੈ, ਅਤੇ ਜ਼ਿਆਦਾ ਸਿकुੜਿਆ ਹੋਏਗਾ ਤਾਂ ਜ਼ਿਆਦਾ ਪਾਣੀ ਅਬਜ਼ੋਰਵ ਕਰਕੇ ਥੋੜ੍ਹਾ ਟਾਈਮ ਲਗਾ ਕੇ ਰਪਚਰ ਹੋਏਗਾ। ਸੋ ਇਹਨੂੰ ਰਪਚਰ ਕਰਨ ਵਾਸਤੇ, ਇਹਨੂੰ ਲਾਈਜ਼ ਕਰਨ ਵਾਸਤੇ ਸਾਨੂੰ ਜ਼ਿਆਦਾ ਪਾਣੀ ਦੀ
ਲੋੜ ਪਏਗੀ। ਸੋ ਇਹਦੇ ਨਾਲ ਕੀ ਆ, ਆਸਮੈਟਿਕ ਫਰਜੈਲਿਟੀ ਦੀ ਵੈਲਿਊ ਜਿਹੜੀ ਆ ਡਿਕਰੀਜ਼ ਹੋ ਜਾਂਦੀ ਹੈ ਇਨ ਦਾ ਕੇਸ ਆਫ ਆਇਰਨ ਡੈਫੀਸ਼ੀਐਂਸੀ ਅਨੀਮੀਆ ਅਤੇ ਅਤੇ ਥੈਲਸੀਮੀਆ ਦੇ ਕੇਸ ਦੇ ਵਿੱਚ। ਸੋ ਨਾਓ ਕਮਿੰਗ ਟੂ ਦਾ ਫੈਕਟਰਸ ਵਿਚ ਇਫੈਕਟ ਆਸਮੈਟਿਕ ਫਰਜੈਲਿਟੀ। ਕਿਹੜੇ ਫੈਕਟਰ ਹੈ ਜਿਹੜੇ ਆਸਮੋਸਿਸ ਨੂੰ ਇਫੈਕਟ ਕਰਦੇ ਆ, ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਪਹਿਲੀ ਹੈ ਸ਼ੇਪ ਨੋਰਮਲ RBC ਦੀ ਬਾਈਕਨਕੇਵ ਹੁੰਦੀ ਹੈ, ਅਤੇ ਬਾਈਕਨਕੇਵ ਜਿਹੜੀ ਸ਼ੇਪ ਹੈਗੀ ਆ ਉਹਦੇ 'ਚ ਜ਼ਿਆਦਾ ਸੁਕੜੀ ਹੋਈ ਸ਼ੇਪ ਹੈਗੀ ਆ ਅਤੇ ਉਹਨੂੰ ਜ਼ਿਆਦਾ ਅਸੀਂ ਫੁਲਾ ਸਕਦੇ ਹਾਂ, ਠੀਕ ਹੈ। ਤਾਂ ਇਸ ਕਰਕੇ ਉਹਦੀ ਵਾਟਰ ਅਬਜ਼ੋਰਪਸ਼ਨ ਦੀ ਜਿਹੜੀ ਟੈਂਡੈਂਸੀ ਹੈ ਉਹ ਜ਼ਿਆਦਾ ਵੱਧ ਜਾਂਦੀ ਆ, ਅਤੇ ਸਫੀਰੋਸਾਈਟਸ ਦਾ ਵੋਲੀਅਮ ਵੀ ਜ਼ਿਆਦਾ ਹੋਣ ਕਰਕੇ ਉਹ ਵੀ ਇਫੈਕਟ ਕਰ ਸਕਦਾ। ਅਤੇ ਥਰਡ ਇਜ਼ ਦਾ ਸਰਫੇਸ ਏਰੀਆ। ਬਾਈਕਨਕੇਵ ਦਾ ਸਰਫੇਸ ਏਰੀਆ ਘੱਟ ਹੁੰਦਾ, ਇਨਕਰੀਜ਼ ਕੀਤਾ ਜਾ ਸਕਦਾ, ਠੀਕ ਹੈ। ਅਤੇ ਉਹ ਮੋਰ ਸਫੈਰੀਕਲ ਵਿਦ ਵਾਟਰ, ਜਿੱਦਾਂ ਅਸੀਂ ਉਹਨੂੰ ਪਾਣੀ ਉਹਦੇ 'ਚ ਐਂਟਰ ਕਰਦੇ ਜਾਵਾਂਗੇ ਉਹਦਾ ਸਰਫੇਸ ਏਰੀਆ ਵੱਧਦਾ ਜਾਏਗਾ। ਸੋ ਇਹ ਸ਼ੇਪ, ਵੋਲੀਅਮ ਅਤੇ ਸਰਫੇਸ ਏਰੀਆ ਇਫੈਕਟ ਕਰਦਾ ਆ ਆਸਮੋਟਿਕ ਫਰਜੈਲਿਟੀ ਟੈਸਟ ਨੂੰ। ਸੋ ਉਸ ਤੋਂ ਇਲਾਵਾ ਟੈਂਪਰੇਚਰ ਐਂਡ ਇਨਕੂਬੇਸ਼ਨ ਟੈਂਪਰੇਚਰ ਜਿਹੜਾ ਹੈਗਾ, ਰੂਮ ਟੈਂਪਰੇਚਰ ਜਾਂ ਮੋਸਟਲੀ ਬੋਡੀ ਟੈਂਪਰੇਚਰ ਦੇ ਕੰਟਰੋਲ 37 ਡਿਗਰੀ ਸੈਲਸੀਅਸ ਹੋਣਾ ਚਾਹੀਦਾ। ਇਨਕੂਬੇਸ਼ਨ ਟਾਈਮ ਵੀ ਇੰਪੋਰਟੈਂਟ ਹੈ, ਕਿਉਂਕਿ ਕਈ ਸੈਲਸ RBCs ਦੇ ਇੱਦਾਂ ਦੇ ਹੁੰਦੇ ਜਿਹੜੇ ਆਲਮੋਸਟ ਮੈਚੂਰੇਸ਼ਨ ਤੋਂ ਬਾਅਦ ਡਿਸਪੋਜ਼ ਆਫ ਹੋਣੇ ਵਾਲੇ ਹੁੰਦੇ ਆ। 120 ਦਿਨਾਂ ਦੀ ਲਾਈਫ ਸਪੈਨ ਹੈ, ਅਤੇ ਹੋ ਸਕਦਾ ਅਸੀਂ ਪੇਸ਼ੈਂਟ ਦਾ ਬਲੱਡ ਲਈਏ ਤਾਂ ਉਹ 'ਚ ਮੋਸਟਲੀ ਸੈੱਲ ਇੱਦਾਂ ਦੇ ਆ ਜਾਣ ਜਿਨ੍ਹਾਂ ਦੀ ਲਾਈਫ ਕੀ ਹੈ 1 ਦਿਨ ਜਾਂ 24 ਘੰਟੇ ਬਾਅਦ ਖਤਮ ਹੋਣੀ ਹੋਵੇ, ਤਾਂ ਉਹ ਕੀ ਵੀ ਸਾਨੂੰ ਫਾਲਸ ਰਿਜ਼ਲਟ ਦੇਣਗੇ। ਸਿਮਿਲਰਲੀ ਓਲਡ ਸੈਂਪਲਸ, ਪ੍ਰੀਜ਼ਰਵ ਕੀਤੇ ਹੋਏ ਸੈਂਪਲਸ, ਇਹ ਵੀ ਆਸਮੈਟਿਕ ਫਰਜੈਲਿਟੀ ਦੀ ਵੈਲਿਊ ਨੂੰ ਇਫੈਕਟ ਕਰਦੇ ਆ। ਅਤੇ ਸਭ ਤੋਂ ਬੈਸਟ ਹੈ ਕਿ ਟੈਸਟ ਸ਼ੁੱਡ ਬੀ ਡਨ ਇਨ ਬਿਟਵੀਨ 2 ਆਵਰਸ ਆਫ ਕਲੈਕਸ਼ਨ। 2 ਘੰਟੇ ਦੇ ਵਿੱਚ ਹੀ ਸਾਨੂੰ ਟੈਸਟ ਕਰ ਲੈਣਾ ਚਾਹੀਦਾ। ਅਵੋਇਡ ਹੀਮੋਲਾਈਸਿਸ, ਕੋਈ ਵੀ ਫਿਜ਼ੀਕਲ ਮੈਥਡ ਦੇ ਨਾਲ ਸਾਨੂੰ ਜਿਹੜਾ ਹੀਮੋਲਾਈਸਿਸ ਹੈ ਉਹਨੂੰ ਆਪਾਂ ਨੂੰ ਅਵੋਇਡ ਕਰਨਾ ਚਾਹੀਦਾ। ਸੋ ਜਦੋਂ ਆਪਾਂ ਡਿਫਰੈਂਟ ਡਿਲਿਊਸ਼ਨਸ ਬਣਾ ਰਹੇ ਹਾਂ 0.9 ਗ੍ਰਾਮ ਪਰ ਡੈਸੀਲੀਟਰ ਆਈਸੋਟੋਨਿਕ ਸੋਲਿਊਸ਼ਨ ਉਸ ਤੋਂ ਹਾਈਪੋਟੋਨਿਕ ਵੱਲ ਨੂੰ ਜਾ ਰਹੇ ਹਾਂ ਘੱਟਦੇ ਕ੍ਰਮ ਦੇ ਵਿੱਚ, ਤਾਂ ਸਾਨੂੰ ਡਿਫਰੈਂਟ ਪੇਪਰਸ ਅਤੇ ਡਿਫਰੈਂਟ ਟਿਪਸ ਯੂਜ਼ ਕਰਨੀ ਚਾਹੀਦੀਆਂ ਪੇਪਰਸ ਲਈ, ਤਾਂ ਜੋ ਰਿਜ਼ਲਟ ਦੇ ਵਿੱਚ ਕੀ ਆ ਕੋਈ ਇੰਟਰਫੀਰੈਂਸ ਨਾ ਆ ਜਾਏ। ਸੋ ਇਹ ਜੋ ਆਪਾਂ ਡਿਸਕਸ ਕੀਤਾ ਇਹ ਆਸਮੈਟਿਕ ਫਰੈਜਿਲਿਟੀ ਟੈਸਟ ਸੀਗਾ ਡਿਊ ਟੂ ਆਸਮੋਸਿਸ, ਠੀਕ ਹੈ। ਇਹਦੇ ਵਿੱਚ ਕੀ ਹੈ, ਸਾਲਟ ਕੰਸਨਟ੍ਰੇਸ਼ਨ ਜਾਂ ਆਸਮੋਟਿਕ ਪ੍ਰੈਸ਼ਰ ਕਰਕੇ ਸੈੱਲ ਦੀ ਫਰੈਜਿਲਿਟੀ ਆਪਾਂ ਚੈੱਕ ਕਰਦੇ ਹਾਂ ਕਿ ਕਿੰਨਾ ਕੁ ਜ਼ਿਆਦਾ ਪ੍ਰੈਸ਼ਰ ਹੈਂਡਲ ਕਰ ਸਕਦਾ ਵਾਟਰ, ਉਹਦੇ 'ਚ ਕਿੰਨਾ ਜ਼ਿਆਦਾ ਐਂਟਰ ਕਰ ਸਕਦਾ। ਇਸ ਤੋਂ ਇਲਾਵਾ ਇਰਥਰੋਸਾਈਟ ਫਰੈਜਿਲਿਟੀ ਟੈਸਟ ਇੱਕ ਹੋਰ ਮਕੈਨੀਕਲ ਇਰਥਰੋਸਾਈਟ ਫਰੈਜਿਲਿਟੀ ਟੈਸਟ ਵੀ ਹੁੰਦਾ। ਮਕੈਨੀਕਲ ਦਾ ਮਤਲਬ ਹੁੰਦਾ ਬਾਹਰੋਂ ਫਿਜ਼ੀਕਲੀ ਤਰੀਕੇ ਦੇ ਨਾਲ RBC ਸੈਲਸ ਨੂੰ ਡਿਸਟਰਬ ਕਰਕੇ ਤੋੜਿਆ ਜਾ ਸਕੇ। ਸੋ ਉਸ ਨੂੰ ਤੋੜਨ ਦੇ ਸਾਡੇ ਕੋਲ ਵੱਖ-ਵੱਖ ਤਰੀਕੇ ਹਨ। ਬਲੱਡ ਸੈਂਪਲ ਲੈ ਕੇ ਅਸੀਂ ਉਹਨੂੰ ਜ਼ੋਰ ਨਾਲ ਟੈਸਟ ਟਿਊਬ ਦੇ ਵਿੱਚ ਸ਼ੇਕ ਕਰੀਏ ਤਾਂ ਵੀ ਬਲੱਡ ਜਿਹੜਾ ਹੈਗਾ ਬਲੱਡ ਸੈਲਸ ਜਿਹੜੇ ਹੈਗੇ ਆ ਉਹ ਉਹਨਾਂ ਦੀ ਸੈੱਲ ਵਾਲ ਰਪਚਰ ਹੋ ਜਾਏਗੀ ਅਤੇ ਉਹਨਾਂ 'ਚ ਹੀਮੋਲਾਈਸਿਸ ਹੋ ਜਾਏਗਾ ਅਤੇ ਉਹ ਇੰਨਾ ਪ੍ਰੈਸ਼ਰ ਨਹੀਂ ਚੱਲ ਪਾਉਣਗੇ। ਉਸ ਤੋਂ ਇਲਾਵਾ ਜੇ ਅਸੀਂ ਬਲੱਡ ਦੇ ਵਿੱਚ ਕੋਈ ਗਲਾਸ ਬੀਡ ਪਾ ਦਈਏ ਜਾਂ ਮੈਟੈਲਿਕ ਬੀਡ ਪਾ ਕੇ ਉਹਨੂੰ ਹਿਲਾਈਏ ਤਦ ਵੀ ਕੀ ਆ, ਰੈੱਡ ਸੈੱਲ ਜਿਹੜੇ ਹੈਗੇ ਛੇਤੀ ਰਪਚਰ ਹੋ ਜਾਂਦੇ ਆ ਅਤੇ ਇਹ ਮਕੈਨੀਕਲ ਸਟਰੈਸ ਨੂੰ ਝੱਲ ਨਹੀਂ ਪਾਉਂਦੇ, ਅਤੇ ਇਹ ਵੀ ਇੱਕ ਮੈਥਡ ਹੈ ਫਰਜਿਲਿਟੀ ਟੈਸਟ ਨੂੰ ਸਟੱਡੀ ਕਰਨ ਦਾ। ਉਸ ਤੋਂ ਇਲਾਵਾ ਜੇ ਅਲਟਰਾਸੋਨਿਕ ਵਾਈਬ੍ਰੇਸ਼ਨ ਦੇ ਵਿੱਚ ਆਪਾਂ ਬਲੱਡ ਸੈਂਪਲ ਰੱਖ ਦਈਏ ਤਾਂ ਉਹ ਵਾਈਬ੍ਰੇਸ਼ਨਸ ਦੇ ਨਾਲ ਵੀ ਹਿੱਲਣ ਦੇ ਨਾਲ ਵੀ ਕੀ ਹੈ ਰੈੱਡ ਸੈੱਲ ਜਿਹੜੇ ਆ ਰਪਚਰ ਹੋ ਜਾਂਦੇ ਆ। ਅਤੇ ਇਸ ਤੋਂ ਇਲਾਵਾ ਇੱਕ ਹੋਰ ਮੈਥਡ ਹੈ ਕਿ RBC ਦਾ ਇੱਕ ਪਰਟੀਕੂਲਰ ਸਾਈਜ਼ ਹੁੰਦਾ, ਜੇ ਅਸੀਂ ਇਸ ਨੂੰ ਘੱਟ ਬੋਰ ਸਾਈਜ਼ ਵਾਲੇ ਨੀਡਲ ਨਾਲ ਡਰਾ ਕਰਾਂਗੇ ਤਾਂ ਆਲਰੇਡੀ ਬਲੱਡ ਮੂਵਮੈਂਟ ਨੀਡਲ ਦੇ ਥਰੂ ਇਹਨਾਂ ਦੀ ਜਿਹੜੀ ਸੈੱਲ ਵਾਲ ਰਪਚਰ ਹੋ ਜਾਂਦੀ ਹੈ, ਅਤੇ ਉਹਦੇ ਨਾਲ ਵੀ ਕੀ ਆ ਮਕੈਨੀਕਲ ਡਿਸਟਰਬੈਂਸ ਦੇ ਨਾਲ ਕੀ ਆ ਇਰਥਰੋਸਾਈਟ ਜਿਹੜੇ ਹੈਗੇ ਆ ਫਰਜਾਈਲ ਉਹਨਾਂ ਦੀ ਕੱਚੇ ਹੋ ਜਾਂਦੇ ਆ ਅਤੇ ਉਹਨਾਂ ਦੀ ਕੀ ਆ ਫਰਜਿਲਿਟੀ ਜਿਹੜੀ ਹੈ ਜ਼ਿਆਦਾ ਵੱਧ ਜਾਂਦੀ ਹੈ। ਸੋ ਇਹ ਡਿਫਰੈਂਟ ਮੈਥਡ ਹੈ ਮਕੈਨੀਕਲ ਇਰਥਰੋਸਾਈਟ ਫਰਜਿਲਿਟੀ ਟੈਸਟ। ਬਟ ਕਲੀਨਿਕਲ ਇੰਪਲੀਕੇਸ਼ਨ ਵਾਸਤੇ ਜਿਹੜਾ ਅਸੀਂ ਟੈਸਟ ਕਰਦੇ ਹਾਂ ਦੈਟ ਇਜ਼ ਆਸਮੋਟਿਕ ਇਰਥਰੋਸਾਈਟ ਫਰਜਿਲਿਟੀ ਟੈਸਟ, ਜਿਹੜਾ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਇਸ ਤੋਂ ਇਲਾਵਾ ਲਾਸਟ ਸਲਾਈਡ ਸਾਨੂੰ ਦੱਸ ਰਹੀ ਹੈ, ਡਿਪਿਕਟ ਕਰ ਰਹੀ ਹੈ ਕਿ ਰੈਫਰੈਂਸ ਰੇਂਜ ਕੀ ਆ। ਲਾਈਸਿਸ ਜਿਹੜੀ ਆ ਉਹ ਸਟਾਰਟ ਹੋ ਜਾਂਦੀ ਆ 5 ਗ੍ਰਾਮ ਪਰ ਡੈਸੀਲੀਟਰ 'ਚ ਜਦੋਂ ਆਪਾਂ ਫਰੈਸ਼ ਬਲੱਡ ਯੂਜ਼ ਕਰਦੇ ਹਾਂ, ਬਟ ਜਦੋਂ ਆਪਾਂ ਇਨਕਿਊਬੇਟਰ ਬਲੱਡ ਯੂਜ਼ ਕਰਦੇ ਹਾਂ ਕੁਛ ਟਾਈਮ ਵਾਸਤੇ ਤਾਂ ਉਹਦੀ ਜਿਹੜੀ ਲਾਈਸਿਸ ਸਟਾਰਟ ਹੁੰਦੀ ਹੈ 7 ਗ੍ਰਾਮ ਪਰ ਡੈਸੀਲੀਟਰ ਕੰਸਨਟ੍ਰੇਸ਼ਨ ਆਫ NaCl ਇਨ 100 ml ਵਾਟਰ ਦੇ ਵਿੱਚ। ਅਤੇ ਸਿਮਿਲਰਲੀ ਕੰਪਲੀਟ ਹੁੰਦੀ ਆ 3 ਫਰੈਸ਼ ਬਲੱਡ ਦੇ ਵਿੱਚ, ਅਤੇ ਇਨਕਿਊਬੇਟਰ ਦੇ ਵਿੱਚ ਹੁੰਦੀ ਆ 2
ਪਰਸੈਂਟ ਕੰਸਨਟ੍ਰੇਸ਼ਨ ਦੇ ਉੱਤੇ। ਸੋ ਇਹਨਾਂ ਦੀ ਵੈਲਿਊ ਡਿਪੈਂਡ ਕਰਦੀ ਆ ਆਪਾਂ ਕਿਸ ਤਰ੍ਹਾਂ ਦਾ ਫਰੈਸ਼ ਬਲੱਡ ਯੂਜ਼ ਕਰ ਰਹੇ ਹਾਂ, ਕਿਉਂਕਿ ਇਨਕੂਬੇਟਰ ਬਲੱਡ ਯੂਜ਼ ਕਰ ਰਹੇ ਹਾਂ। ਆਲਰੇਡੀ ਮੈਂ ਤੁਹਾਨੂੰ ਦੱਸ ਚੁੱਕਾ ਕਿ ਇਨਕੂਬੇਸ਼ਨ ਕਈ ਵਾਰ ਓਵਰਨਾਈਟ ਹੁੰਦੀ ਆ, 12 ਘੰਟੇ ਦੀ ਹੁੰਦੀ ਹੈ, ਅਤੇ ਆਪਾਂ ਜਦੋਂ ਬਲੱਡ ਕੱਢਿਆ ਤਾਂ ਉਹਦੇ ਵਿੱਚ ਇੱਦਾਂ ਦੇ ਸੈੱਲ ਵੀ ਆ ਸਕਦੇ ਆ ਜਿਹੜੇ ਮੈਚਿਓਰ ਐਂਡ 'ਤੇ ਹੈਗੇ ਅਤੇ ਫੈਗ ਐਂਡ 'ਤੇ ਆ। ਇੱਕ ਦਿਨ ਬਾਅਦ ਜਾਂ 12 ਘੰਟੇ ਬਾਅਦ ਉਹ ਕੀ ਆ ਆਪਣੇ ਆਪ ਲਾਈਸ ਹੋ ਸਕਦੇ ਆ। ਸੋ ਉਸ ਚੀਜ਼ ਨੂੰ ਅਵੋਇਡ ਕਰਨ ਵਾਸਤੇ ਅਸੀਂ ਜਿਹੜਾ ਸੈਂਪਲ ਹੈਗਾ ਉਹ ਫਰੈਸ਼ ਬਲੱਡ ਯੂਜ਼ ਕਰਦੇ ਹਾਂ, ਤਾਂ ਜੋ ਸਾਡੇ ਕੋਲ ਸਹੀ ਅਤੇ ਸਟੀਕ ਓਸਮੋਟਿਕ ਫ੍ਰੈਜਿਲਿਟੀ ਟੈਸਟ ਦੀ ਵੈਲਿਊ ਆ ਸਕੇ। ਸੋ ਇਸ ਦੇ ਨਾਲ ਤੁਹਾਡਾ ਰੈੱਡ ਸੈੱਲ ਫ੍ਰੈਜਿਲਿਟੀ ਟੈਸਟ ਜਾਂ ਇਰੀਥਰੋਸਾਈਟ ਫ੍ਰੈਜਿਲਿਟੀ ਟੈਸਟ ਜਾਂ ਓਸਮੋਟਿਕ ਫ੍ਰੈਜਿਲਿਟੀ ਟੈਸਟ ਜਿਹੜਾ ਹੈ ਉਹ ਕਵਰ ਹੋ ਜਾਂਦਾ। ਸੋ ਇੱਕੋ ਟੈਸਟ ਦੇ ਵੱਖ-ਵੱਖ ਨਾਮ ਹੈ। ਓਸਮੋਟਿਕ ਫ੍ਰੈਜਿਲਿਟੀ ਟੈਸਟ ਵੀ ਕਹਿੰਦੇ ਆ, ਮਤਲਬ ਕਿ ਉਹ RBC ਜਿਹੜੇ ਓਸਮੋਟਿਕ ਪ੍ਰੈਸ਼ਰ ਕਰਕੇ ਰਪਚਰ ਹੋ ਰਹੇ ਆ, ਸੋਲਵੈਂਟ ਦੀ ਮੂਵਮੈਂਟ ਕਰਕੇ, ਡਿਊ ਟੂ ਸੋਲਿਊਟ ਕੰਸਨਟ੍ਰੇਸ਼ਨ ਡਿਫਰੈਂਸ ਕਰਕੇ। ਰੈੱਡ ਸੈੱਲ ਮਤਲਬ ਰੈੱਡ ਸੈੱਲ ਨੂੰ ਸਟੱਡੀ ਕਰ ਰਹੇ ਆ, ਇਸ ਕਰਕੇ ਉਹਨਾਂ ਦੇ ਨਾਮ ਦੇ ਉੱਤੇ ਰੈੱਡ ਸੈੱਲ ਫ੍ਰੈਜਿਲਿਟੀ ਟੈਸਟ ਹੋ ਗਿਆ। ਇਰੀਥਰੋਸਾਈਟ ਇਜ਼ ਅਨਦਰ ਨੇਮ ਫॉर ਰੈੱਡ ਸੈੱਲ, ਇਸ ਕਰਕੇ ਸਮਟਾਈਮ ਇਟ ਇਜ਼ ਆਲਸੋ ਨੋਨ ਐਜ਼ ਇਰੀਥਰੋਸਾਈਟ ਫ੍ਰੈਜਿਲਿਟੀ ਟੈਸਟ। ਸੋ ਇਸ ਤੋਂ ਆਪਾਂ ਵੱਖ-ਵੱਖ ਬਿਮਾਰੀਆਂ ਦਾ ਪਤਾ ਲਗਾ ਸਕਦੇ ਹਾਂ, ਕਿਉਂਕਿ ਡਿਫਰੈਂਟ ਟਾਈਪ ਦੇ ਅਨੀਮੀਆ ਦੇ ਵਿੱਚ RBCs ਦੀ ਜਿਹੜੀ ਸ਼ੇਪ ਹੈ ਜਾਂ ਤਾਂ ਨੋਰਮਲ ਸ਼ੇਪ ਨਾਲੋਂ ਵੱਧ ਜਾਂਦੀ ਹੈ ਜਾਂ ਘੱਟ ਜਾਂਦੀ ਹੈ। ਸੋ ਮੋਸਟਲੀ ਜਿੱਦਾਂ ਅਸੀਂ ਡਿਸਕਸ ਕੀਤਾ ਹੈਰੀਡਿਟਰੀ ਸਫੀਰੋਸਾਈਟੋਸਿਸ ਅਨੀਮੀਆ ਦੇ ਵਿੱਚ ਕੀ ਆ ਜਿਹੜਾ ਸਾਈਜ਼ ਹੈਗਾ ਉਹ RBCs ਦਾ ਵੱਧ ਜਾਂਦਾ ਹੈ। ਸੋ ਵਧੇ ਸਾਈਜ਼ ਕਰਕੇ ਇਹਦੀ ਓਸਮੋਟਿਕ ਫ੍ਰੈਜਿਲਿਟੀ ਦੀ ਜਿਹੜੀ ਵੈਲਿਊ ਹੈ ਉਹ ਵੀ ਵੱਧ ਜਾਂਦੀ ਹੈ। ਅਤੇ ਬਟ ਥੈਲਸੀਮੀਆ ਅਤੇ ਆਇਰਨ ਡੈਫੀਸ਼ੀਐਂਸੀ ਅਨੀਮੀਆ ਦੇ ਵਿੱਚ ਕੀ ਆ ਓਸਮੋਟਿਕ ਪ੍ਰੈਸ਼ਰ ਜਿਹੜਾ ਡਿਕਰੀਜ਼ ਹੋ ਜਾਂਦਾ, ਕਿਉਂਕਿ ਇਹਦੇ ਵਿੱਚ ਕੀ ਆ ਨੋਰਮਲ RBCs ਦੀ ਜਿਹੜੀ ਸ਼ੇਪ ਹੈਗੀ ਆ ਉਹ ਪਹਿਲੇ ਨਾਲੋਂ ਘੱਟ ਜਾਂਦੀ ਹੈ, ਸਾਈਜ਼ ਘੱਟ ਜਾਂਦਾ, ਉਹ ਸਿਕੜ ਜਾਂਦਾ। ਸੋ ਇਹ ਕੀ ਆ ਕਲੀਨਿਕਲ ਸਿਗਨੀਫੀਕੈਂਸ ਹੈ ਓਸਮੋਟਿਕ ਫ੍ਰੈਜਿਲਿਟੀ ਟੈਸਟ ਦੀ। ਸੋ ਇਹਦੇ ਨਾਲ ਤੁਹਾਡਾ ਚੈਪਟਰ ਓਸਮੋਟਿਕ ਫ੍ਰੈਜਿਲਿਟੀ ਟੈਸਟ ਕਵਰ ਹੋ ਜਾਂਦਾ। ਥੈਂਕਸ।